ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੁ, ਬਿਖਮ ਨਦੀ ਜਾਏ ਤਰਨੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਮਨ ਰਹਿਸੀ, ਪ੍ਰੇਮ ਸੁਭਾਇਆ। ਅਨ ਦਿਨ ਰਹਿਤ ਭਇਆ, ਆਪ ਗਵਾਇਆ। ਫਲ ਗੁਣ ਮਨ ਰਹਿਸੀ, ਪ੍ਰੇਮ ਸੁਭਾਇਆ। ਅਨ ਦਿਨ ਰਹਿਸ ਭਇਆ, ਆਪ ਗਵਾਇਆ। ਮਨ ਮੋਹ ਚੁਕਾਇਆ, ਜਾ ਤਿਸ ਭਾਇਆ। ਕਰ ਕਿਰਪਾ ਘਰ ਆਓ, ਬਹੁਤੇ ਵੇਸ ਕਰੀ ਫਿਰ ਬਾਝੋ। ਮਹਿਲੀ ਲਹਾ ਨ ਥਾਓ, ਹਾਰ ਡੋਰ ਰਸ ਪਾਟ ਪਟੰਬਰ। ਫਿਰ ਲੋੜੀ ਸੀ ਗਾਰੀ, ਨਾਨਕ ਮੇਲ ਲਈ ਗੁਰ ਆਪਣੇ। ਘਰ ਬਾਰ ਪਾਇਆ ਨਾਰੀ, ਹਾਰ ਡੋਰ ਰਸ ਪਾਟ ਪਟੰਬਰ। ਫਿਰ ਲੋੜੀ ਸੀ ਗਾਰੀ, ਨਾਨਕ ਮੇਲ ਲਈ ਗੁਰ ਆਪਣੇ। ਘਰ ਬਾਰ ਪਾਇਆ ਨਾਰੀ, ਬੇਦਸ ਮਹਾਰੁਤੀ ਥਿਤੀ ਵਾਰ ਭਲੇ।
ਘੜੀ ਮੂਰਤ ਪਲ ਸਾਚੇ, ਆਏ ਸਹਿਜ ਮਿਲੇ। ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ। ਕਰਤਾ ਸਭ ਬਿਦ ਜਾਣੈ, ਜਿਨ ਸੀ ਗਾਰੀ ਤਿਸਹਿ ਪਿਆਰੀ। ਮੇਲ ਭਇਆ ਰੰਗ ਮਾਣੈ, ਘਰ ਸੇਜ ਸੁਹਾਵੀ। ਜਾ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਨਾਨਕ ਅਹਨਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਘਰ ਸੇਜ ਸੁਹਾਵੀ, ਜਾ ਪਿਰ ਰਾਵੀ। ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਬਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਬਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ, ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ, ਗੁਰੂ ਸਵਾਰੇ ਸਤ ਸੰਗੀ ਜਨੋ। ਆਪਾਂ ਸਾਰੇ ਹੀ ਵੱਡ ਭਾਗੇ ਹਾਂ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ, ਸਰਵੰਸ ਦਾਨੀ, ਸਹਿਬੇ ਕਮਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਜਿੱਥੇ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ 12 ਮਹਾਨਾਮੇ ਬਾਣੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਪਾਵਨ ਬਾਣੀ ਦੀ ਆਪ ਸੰਗਤਾਂ ਵਿਚਾਰ ਸ਼ਰਵਣ ਕਰਦੀਆਂ ਆ ਰਹੀਆਂ ਹਨ। ਉੱਥੇ ਨਾਲ ਹੀ ਆਪਾਂ ਜੋ ਅਨੰਦਪੁਰ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਿਆਰੀ ਚੱਲ ਰਹੀ ਹੈ। ਦਸ਼ਮੇਸ਼ ਪਿਤਾ ਮਹਾਰਾਜ ਕਿਹੜੇ ਕਿਹੜੇ ਕੌਤਕ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰਦੇ ਨੇ, ਕਿਵੇਂ ਸਤਿਗੁਰੂ ਮਹਾਰਾਜ ਜੀ ਨੂੰ ਆਖਿਆ ਜਾ ਰਿਹਾ ਕਿ ਪਾਤਸ਼ਾਹ ਜੀ ਆਪ ਜੀ ਇਹ ਕਿਲ੍ਹਾ ਛੱਡ ਜਾਵੋ, ਅਸੀਂ ਆਪ ਜੀ ਨੂੰ ਕੁਝ ਨਹੀਂ ਆਖਾਂਗੇ। ਕਿਵੇਂ ਪਾਤਸ਼ਾਹ ਜੀ ਦਾ ਪਰਿਵਾਰ ਜਿਹੜਾ ਹੈ ਖੇਰੂ ਖੇਰੂ ਹੁੰਦਾ, ਸ਼ਹੀਦ ਹੁੰਦਾ ਪਰਿਵਾਰ, ਉਸ ਇਤਿਹਾਸ ਨਾਲ ਵੀ ਆਪਾਂ ਨਾਲ ਨਾਲ ਸਾਂਝ ਪਾਣੀ ਹੈ।
ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ। ਮਨੁੱਖਾ ਜਨਮ ਰੂਪੀ ਫਲਗੁਣ ਫੱਗਣ ਦਾ ਮਹੀਨਾ ਹੈ। ਇਸ ਫਲਗੁਣ ਦੇ ਮਹੀਨੇ ਦੇ ਵਿੱਚ, ਕਿਉਂਕਿ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਇਹ 2 ਮਹੀਨੇ, ਇੱਕ ਪੋਹ ਦਾ ਮਹੀਨਾ ਤੇ ਇੱਕ ਮਾਘ ਦਾ ਮਹੀਨਾ, ਇਹ ਸਰਦੀ ਦੇ ਦਿਨ ਮੰਨੇ ਗਏ ਨੇ। ਅੱਤ ਦੀ ਸਰਦੀ ਹੁੰਦੀ ਹੈ। ਇਸ ਤੋਂ ਬਾਅਦ ਫਿਰ ਅੱਗੇ ਫਲਗੁਣ ਦਾ ਮਹੀਨਾ, ਫੱਗਣ ਦੇ ਮਹੀਨੇ ਦੀ ਆਰੰਭਤਾ ਹੁੰਦੀ ਹੈ। ਉਦੋਂ ਜਿਹੜੀ ਹੈ ਸਰਦੀ ਘਟ ਜਾਂਦੀ ਹੈ ਤੇ ਜਿੰਨੇ ਵੀ ਜੀਵ ਹਨ, ਚਾਹੇ ਪਸ਼ੂ ਹਨ, ਪੰਛੀ ਹਨ, ਮਨੁੱਖਾਂ ਤੱਕ, ਉਹ ਥੋੜ੍ਹੀ ਜਿਹਾ ਆਨੰਦ ਨੂੰ ਮਹਿਸੂਸ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਫੱਗਣ ਦੇ ਮਹੀਨੇ ਦੁਆਰਾ ਸਮਝਾਉਂਦੇ ਨੇ। ਕਹਿੰਦੇ ਖੁਸ਼ੀ ਦੇ ਵਿੱਚ ਜਿਵੇਂ ਫੱਗਣ ਦੇ ਮਹੀਨੇ 'ਚ ਲੋਕ ਜਿਹੜੇ ਨੇ ਫਾਂਗ ਖੇਡਦੇ ਨੇ, ਹੋਲੀ ਇਤਿਆਦਿ ਖੇਡਦੇ ਹਨ, ਖੁਸ਼ੀ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਜੀਵ ਇਸਤਰੀ ਦੇ ਮਨ ਵਿੱਚ ਰਹਿਸੀ ਪ੍ਰੇਮ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ, ਉਸ ਮਾਲਕ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਕਿ ਮੈਂ ਉਸ ਮਾਲਕ ਵਾਹਿਗੁਰੂ ਨਾਲ ਇੱਕਮਿਕ ਹੋਵਾਂ। ਤੇ ਉਹ ਜੀਵ ਇਸਤਰੀ ਫਿਰ ਪ੍ਰੇਮ ਸੁਭਾਇਆ ਤੇ ਸੁਤੇ ਸਿੱਧ ਮਾਲਕ ਪ੍ਰਭੂ ਦੀ ਯਾਦ ਵਿੱਚ, ਪਤੀ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਉਹ ਪ੍ਰੇਮ ਦੇ ਵਿੱਚ ਲੀਨ ਹੁੰਦੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਇਹ ਪ੍ਰੇਮ ਵੀ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ, ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਅਨ ਦਿਨ ਰਹਿਸ ਭਇਆ ਆਪ ਗਵਾਇਆ। ਅਨ ਦਿਨ, ਦਿਨ ਰਾਤ ਹੁਣ ਉਸ ਜੀਵ ਇਸਤਰੀ ਦੇ ਹਿਰਦੇ ਅੰਦਰ ਰਹਿਸ ਆਨੰਦ, ਆਨੰਦੋ ਆਨੰਦ ਭਇਆ ਪ੍ਰਭ ਆਵਤ ਸੁਣਿਆ ਰਾਮ। ਜਦੋਂ ਹਿਰਦੇ ਰੂਪੀ ਘਰ ਦੇ ਵਿੱਚ ਰਮੰਤੀ ਰਾਮ ਵਾਹਿਗੁਰੂ ਦਾ ਆਉਣਾ ਸੁਣ ਗਿਆ, ਭਾਵ ਹਰੀ ਦੇ ਉਸ ਮਾਲਕ ਨੇ ਹਿਰਦੇ ਰੂਪੀ ਘਰ ਵਿੱਚ ਡੇਰਾ ਲਾ ਲਿਆ, ਉਸ ਮਾਲਕ ਦੀ ਪ੍ਰਾਪਤੀ ਹੋ ਗਈ। ਫਿਰ ਜੀਵ ਇਸਤਰੀ ਦੇ ਹਿਰਦੇ ਅੰਦਰ ਆਨੰਦ ਦਾ ਖੇੜਾ ਪੈਦਾ ਹੁੰਦਾ ਹੈ। ਕਿਉਂਕਿ ਜਿਹੜਾ ਆਨੰਦ ਹੈ ਨਾ, ਆਨੰਦ ਸਾਨੂੰ ਗੁਰੂ ਸਾਹਿਬਾਨ ਪਾਸੋਂ ਹੀ ਪ੍ਰਾਪਤ ਹੋਣਾ ਹੈ। ਸਿੱਖ ਨੂੰ ਆਨੰਦ ਉਦੋਂ ਆਉਂਦਾ ਜਦੋਂ ਸਿੱਖ ਆਪਣੇ ਗੁਰੂ ਦੇ ਦੀਦਾਰ ਕਰ ਲੈਂਦਾ, ਗੁਰੂ ਕੇ ਦਰਸ਼ਨ ਕਰਕੇ ਗੁਰੂ ਦੇ ਦਰ ਦੀ ਟਹਿਲ ਸੇਵਾ ਕਰਦਾ, ਸਿੱਖ ਦਾ ਹਿਰਦਾ ਫਿਰ ਆਨੰਦ ਨਾਲ ਭਰ ਜਾਂਦਾ ਹੈ। ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਨਾ, ਆਨੰਦ ਸਾਹਿਬ ਦੀ ਪਾਵਨ ਬਾਣੀ 'ਚ ਪਾਤਸ਼ਾਹ ਆਰੰਭਤਾ ਵਿੱਚ ਬਚਨ ਕਰਦੇ ਨੇ, ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ। ਹੇ ਮਾਂ ਮੇਰੇ ਹਿਰਦੇ ਅੰਦਰ ਆਨੰਦ ਪੈਦਾ ਹੋ ਗਿਆ। ਕਦੋਂ ਹੋਇਆ? ਜਦੋਂ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਸਤਿਗੁਰੂ ਨੂੰ ਪ੍ਰਾਪਤ ਕਰਨ ਦੇ ਨਾਲ ਹੀ ਅਨੇਕਾਂ ਪ੍ਰਕਾਰ ਦੇ ਖੁਸ਼ੀ ਵਿੱਚ ਬਾਜੇ ਇਤਿਆਦਿਕ ਵਜਾਏ ਜਾਂਦੇ ਨੇ। ਕਹਿੰਦੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਇਸੇ ਤਰ੍ਹਾਂ ਇਸ ਜਸ ਰੂਪੀ ਬਾਜੇ ਵੱਜ ਰਹੇ ਨੇ, ਆਨੰਦ ਆ ਰਿਹਾ ਹੈ। ਇਸੇ ਪ੍ਰਕਾਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਕਹਿੰਦੇ ਸਾਰੇ ਕਹਿੰਦੇ ਆਨੰਦ ਆਨੰਦ ਦੀ ਗੱਲ ਕਰਦੇ ਨੇ, ਪਰ ਇਹ ਆਨੰਦ ਜਾਣਿਆ ਕਿੱਥੋਂ ਜਾ ਸਕਦਾ? ਗੁਰੂ ਦੇ ਲੜ ਲੱਗ ਕੇ, ਗੁਰੂ ਵਾਲੇ ਬਣ ਕੇ। ਗੁਰੂ ਕਿਰਪਾ ਕਰੇ, ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ ਆਨੰਦ ਵਰਤ ਸਕਦਾ ਹੈ। ਆਨੰਦ ਵਰਤਣਾ ਕਿੱਥੋਂ ਹੈ? ਸਤਿਗੁਰ ਦੀ ਬਾਣੀ ਪੜ੍ਹ ਕੇ, ਸੰਗਤ ਕਰਕੇ। ਜਦੋਂ ਤੱਕ ਆਪਾਂ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਤੇ ਉਦੋਂ ਤੱਕ ਗੁਰੂ ਸਵਾਰੇ ਸਾਡੇ ਹਿਰਦੇ ਰੂਪੀ ਘਰ ਵਿੱਚ ਆਨੰਦ ਦਾ ਖੇੜਾ ਪੈਦਾ ਨਹੀਂ ਹੋ ਸਕਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਸਿੱਖ ਨੂੰ ਗੁਰੂ ਉੱਤੇ ਪ੍ਰਤੀਤ ਹੈ, ਗੁਰੂ ਉੱਤੇ ਭਰੋਸਾ ਹੈ ਸਿੱਖ ਨੂੰ। ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਧਰਤੀ ਤੇ ਬਿਰਾਜਮਾਨ ਨੇ। ਦੋ ਸਿੰਘ ਆ ਗਏ, ਰਾਤ ਦਾ ਸਮਾਂ ਹੈ, ਲੰਗਰ ਦੀ ਸਮਾਪਤੀ ਹੋਈ ਹੈ, ਤੇ ਇੱਕ ਸਿੰਘ ਕਹਿੰਦਾ ਜੋ ਪ੍ਰਸ਼ਾਦਾ ਬਚਿਆ ਹੈ, ਰੁੱਖਾ ਸੁੱਖਾ ਜੋ ਹੈ ਉਹ ਦੇਣਾ ਕਰ, ਮੈਂ ਛਕ ਕੇ ਸੋਣਾ ਕਰਾਂ। ਇੱਕ ਸਿੱਖ ਆਖਣ ਲੱਗਿਆ ਕਿ ਪਾਤਸ਼ਾਹ, ਕਹਿਣ ਲੱਗੇ ਸਿੱਖ ਨੂੰ, ਲਾਂਗਰੀ ਸਿੱਖ ਨੂੰ, ਕਿ 36 ਪ੍ਰਕਾਰ ਦੇ ਪਕਵਾਨ ਲੈ ਕੇ ਆ। ਤੇ ਜਿਹੜਾ ਲਾਂਗਰੀ ਸਿੱਖ ਸ਼ਰਧਾ ਭਾਵਨਾ ਵਾਲਾ ਸੀ, ਉਹਨਾਂ ਦੋਨਾਂ ਨੂੰ ਸਤਿਕਾਰ ਨਾਲ ਬਿਠਾਇਆ। ਹੁਣ ਸੋਚਦਾ ਕਿ ਰੁੱਖਾ ਸੁੱਖਾ ਜੋ ਇਸ ਸਮੇਂ ਤਿਆਰ ਹੈ ਉਹ ਤਾਂ ਮੈਂ ਦੇ ਸਕਦਾ ਹਾਂ, ਪਰ 36 ਪ੍ਰਕਾਰ ਦੇ ਪਕਵਾਨ ਤਿਆਰ ਕਰਨ ਬੜਾ ਸਮਾਂ ਲੱਗੇ, ਕਿੱਥੋਂ ਤਿਆਰ ਕਰਾਂ? ਕਹਿੰਦੇ ਨੇ ਸਿੱਖ ਸੋਚਾਂ ਵਿੱਚ ਪੈ ਰਿਹਾ। ਇੰਨੇ ਚਿਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਟਹਿਲ ਰਹੇ ਸਨ। ਹਾਲੇ ਸਤਿਗੁਰੂ ਜੀ ਵਿਸ਼ਰਾਮ ਵਿੱਚ ਨਹੀਂ ਗਏ ਸਨ। ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਉਹ ਲਾਂਗਰੀ ਸਿੱਖ ਚਲਿਆ ਗਿਆ, ਹੱਥ ਜੋੜ ਕੇ, ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ, ਮੈਂ ਦੁਬਿਧਾ ਵਿੱਚ ਫਸਿਆ ਹੋਇਆ ਹਾਂ, ਮੇਰੇ ਅੰਦਰ ਦੁਬਿਧਾ ਪੈ ਗਈ ਹੈ। ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਤਾਂ ਦੁਬਿਧਾ ਨਿਕਲਦੀ ਹੈ, ਤੂੰ ਦੁਬਿਧਾ 'ਚ ਕਿਵੇਂ ਫਸ ਗਿਆ ਭਾਈ? ਕਹਿਣ ਲੱਗਿਆ ਕਿ ਪਾਤਸ਼ਾਹ, ਦੁਬਿਧਾ ਮੇਰੇ ਮਨ 'ਚ ਇਹ ਪਈ ਹੈ ਕਿ ਸਿੱਖ ਨੇ, ਦੋ ਸਿੱਖ ਆਏ, ਕਹਿੰਦੇ ਲੰਗਰ ਛਕਣਾ ਹੈ। ਇਹ ਕਹਿੰਦਾ ਜੇ ਇੱਕ ਸਿੱਖ ਕਹਿ ਰਿਹਾ ਜਿਹੜਾ ਜੋ ਬਚਿਆ ਹੈ ਉਹਦੇ ਵਿੱਚ ਮੈਂ ਲੰਗਰ ਦੇਣਾ, ਕਿ ਮੈਂ ਛਕ ਕੇ ਸ਼ੁਕਰਾਨਾ ਕਰਕੇ ਸੋਣਾ ਕਰਾਂ। ਤੇ ਇੱਕ ਕਹਿ ਰਿਹਾ ਕਿ ਪਾਤਸ਼ਾਹ 36 ਪ੍ਰਕਾਰ ਦੇ ਪਕਵਾਨ ਦੇਵੋ। ਸਤਿਗੁਰੂ ਮੈਂ ਕਿੱਥੋਂ ਲੈ ਕੇ ਆਵਾਂ? ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਜਵਾਬ ਦੇਵਾਂ। ਕਲਗੀਧਰ ਪਾਤਸ਼ਾਹ ਜੀ ਨੇ ਕੰਨ ਵਿੱਚ ਆਵਾਜ਼ ਮਾਰੀ, ਕਹਿਣ ਲੱਗੇ ਆਹ ਗੱਲ ਸਾਡੀ ਜਾ ਕੇ ਤੂੰ ਦੋਨਾਂ ਸਿੱਖਾਂ ਦੇ ਕੰਨਾਂ 'ਚ ਕੰਨ ਕਹਿਣੀ ਹੈ, ਇਕੱਲੇ ਇਕੱਲੇ ਵੱਖਰਾ ਵੱਖਰਾ ਕਰਕੇ। ਕਹਿੰਦੇ ਪਤਾ ਲੱਗ ਜਾ ਗਿਆ। ਫਿਰ ਭਾਈ ਇੱਕ ਸਿੱਖ ਗਿਆ, ਪਹਿਲੇ ਸਿੱਖ ਜਿਹਨਾਂ ਆਖਿਆ ਸੀ ਕਿ ਸਾਨੂੰ ਰੁੱਖਾ ਸੁੱਖਾ ਜੋ ਹੈ ਉਹ ਦੇਣਾ ਕਰ, ਉਹਦੇ ਕੋਲ ਜਾ ਕੇ ਕਹਿਣ ਲੱਗਾ ਤੁਹਾਨੂੰ ਪਤਾ ਅੱਜ ਗੁਰੂ ਕਲਗੀਧਰ ਪਾਤਸ਼ਾਹ ਕਿਹੜੀ ਖੇਡ ਵਰਤਾ ਰਹੇ ਨੇ? ਕਹਿਣ ਲੱਗਾ ਕੀ? ਕਹਿਣ ਲੱਗਿਆ ਮੈਂ ਦੇਖ ਕੇ ਆਇਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੂਈ ਚੁੱਕੀ ਹੋਈ ਹੈ, ਜਿਹਦੇ ਨਾਲ ਕੱਪੜੇ ਸੀਂਦੇ ਨੇ, ਕਿ ਸੂਈ ਚੁੱਕੀ ਹੋਈ ਹੈ, ਸੂਈ ਦੇ ਨੱਕੇ ਦੇ ਵਿੱਚੋਂ ਪ੍ਰਸਾਦੀ ਹਾਥੀ ਨੂੰ ਲੰਘਾ ਦਿੱਤਾ। ਸੂਈ ਦੇ ਨੱਕੇ ਵਿੱਚੋਂ ਪ੍ਰਸਾਦੀ ਹਾਥੀ ਨੂੰ ਲੰਘਾ ਦਿੱਤਾ। ਜਦੋਂ ਇਹ ਸੁਣਿਆ ਤੇ ਗੁਰੂ ਸਰ ਮੁੱਖ 'ਚ ਉਂਗਲ ਪਾ ਲਈ, ਕਹਿੰਦੇ ਹੈ ਇਹ ਕਿਵੇਂ ਹੋ ਸਕਦਾ? ਤੇ ਦੂਜੇ ਕੋਲ ਗਿਆ, ਦੂਜੇ ਨੂੰ ਆਖਣ ਲੱਗੇ, ਦੂਜੇ ਨੂੰ ਉਹੀ ਕਿ ਆਖਿਆ ਕਿ ਦੇਖ ਅੱਜ ਮੈਂ ਗੁਰੂ ਦਾ ਕੌਤਕ ਦੇਖ ਕੇ ਆਇਆ, ਗੁਰੂ ਦੀ ਕਲਾ ਦੇਖ ਕੇ ਆਇਆ, ਜਿਹੜਾ ਕਹਿੰਦਾ 36 ਪ੍ਰਕਾਰ ਦੇ ਪਕਵਾਨ ਛਕਣੇ। ਕਹਿਣ ਲੱਗ ਕੀ ਕੌਤਕ ਦੇਖ ਕੇ ਆਇਆ? ਉਹੀ ਸਵਾਲ ਅੱਗੋਂ ਨੂੰ ਆਖਿਆ। ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੂਈ ਦੇ ਨੱਕੇ ਵਿੱਚੋਂ ਪ੍ਰਸਾਦੀ ਹਾਥੀ ਲੰਘਾ ਦਿੱਤਾ। ਤੇ ਸਿੱਖ ਕਹਿਣ ਲੱਗੇ ਇਹ ਕਿੱਡੀ ਕੁ ਵੱਡੀ ਗੱਲ ਹੈ, ਗੁਰੂ ਸਾਡਾ ਸਮਰੱਥ, ਗੁਰੂ ਸਰਵ ਸ਼ਕਤੀਮਾਨ, ਗੁਰੂ ਕੁਝ ਵੀ ਲੰਘਾ ਸਕਦਾ, ਇਹ ਤਾਂ ਵੱਡੀ ਗੱਲ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਦੇ ਵਿੱਚ ਸ਼ਕਤੀ ਹੈ, ਕਲਾ ਹੈ। ਤੇ ਸਿੱਖ ਵਾਪਸ ਮੁੜ ਕੇ ਆ ਗਿਆ। ਤੇ ਗੁਰੂ ਕਲਗੀਧਰ ਪਾਤਸ਼ਾਹ ਸਾਰੀ ਘਟਨਾ ਦੱਸੀ ਤੇ ਸਤਿਗੁਰੂ ਨੂੰ ਆਖਣ ਲੱਗੇ, ਸਤਿਗੁਰੂ ਕਹਿਣ ਲੱਗੇ ਭਾਈ
जे उन्हें 36 प्रकार के पकवान मंगे ने, उन्होंने गुरु उत्ते प्रतीत है, गुरु उत्ते भरोसा है कि गुरु दे सकता। गुरु के दर के भंडारे भरे हुए ने। पातशाह कह लगे फिर भाई तैयार करो, जो लंगर च तैयार हो रहा है वो तैयार होकर छकाना करो। कहने का भाव है जो हिरदे अंदर गुरु के प्रति प्रेम पैदा हो जाए ना, गुरु के प्रति विश्वास बन जाए, तो उदों फिर सिख अपने गुरु के प्रेम विच रंग के ते हर समय गुरु गुरु जपदा। गुरु दी कौतकां नूं, अचरज कौतकां नूं, ते वो सत मानदा कि गुरु मेरा सब कुछ कर सकदा, समर्थ है। हुण आनंदपुर साहिब की धरती ते जो घटनावां वापरीआं ने, जिवें सतगुरु जी नूं किला छड्डना पिया, ये तां मुੱਢ कित्थों वजदा है। असल दे विच जदों गुरु कलगीधर पातशाह महाराज ने 1699 30 मार्च 1699 नूं खंडे बाटे की पुल तैयार की, उस तो बाद सतगुरु जी ने हुक्म कर दिता कि भाई जिन्ने भी सिख ने उन्होंने शस्त्रधारी होना, खंडे बाटे का अमृत छकना है। तो बहुत सारे उच्चियां नीवियां जातां वाले बहुत सारे जिहड़े सिख लोग सन, वो खंडे बाटे का अमृत छक के गुरु का खालसा सज गए सन, शस्त्रधारी हो गए। सारा पंजाब शस्त्रधारी, शस्त्र जिहड़ा भी आ सिर उत्ते दस्तारां बन्नियां, शस्त्र सजाए हुए ने, घोड़ सवारी करते हैं। तो 22 धार के राजे ते जिन्ने भी ये तुरक हैं, ये अंदरों अंदरों खिजते ने, गुस्से होंदे ने कि ये घोड़ियां उत्ते सवार असी होना, शस्त्र चलाना असी हाँ। पर गुरु पातशाह जी ने नवा इनकलाब लियाना कीता है। इत्थों तक गुरु सर राजा भीम चंद, अजमेर चंद इत्यादि कि इन्हां राजियां नूं सतगुरु ने आख्या सी कि तुसीं भाई खंडे बाटे दा अमृत छको। ते आखण लगे, कहण लगे कि पातशाह साडा बाटा वखरा तैयार किया जाए। तुहाडी जिहड़े ये लोक ने, इन्हां विच नीवियां जातां वाले लोक हन, ते असीं राजपूत राणे हाँ, वड्डियां जातां उच्चियां जातां वाले हाँ। इस करके पातशाह असीं वखरा बाटा लंगर ये अमृत छकांगे। ते कलगीधर पातशाह ने इनकार कर दिता सी। ते गुरु सवारे फिर अंदरों अंदरों ईर्खा करते सन। इन्हां दे मन विच गुरु कलगीधर पातशाह दा ऐसा खौफ बन गया सी कि सतगुरु नूं ये नुकसान पहुँचाना चाहते सन। एक समय गुरु कलगीधर पातशाह घोड़े उत्ते सवार होके कुछ कु सिखां दे नाल शिकार खेडण लई गए ने। शिकार खेडण लई गए, जदों सतगुरु जंगल वाले पासे गए तो 2 राजपूत सी, जिन्हां दा नाम इतिहासकार ने बलिया चंद ते आलम चंद लिखना कीता है। ये अपने सूरमियां नाल पहाड़ियां नाल ये खलोते ने। इन्हां दी निगाह गुरु गोबिंद सिंह महाराज उत्ते पई कि गुरु गोबिंद सिंह महाराज मुट्ठी भर सिख ने ते साडी गिणती बहुत ज़्यादा है। आपां गुरु कलगीधर पातशाह उत्ते हमला करिए, हो सके साडा दाल लग गया सी गुरु गोबिंद सिंह महाराज नूं खत्म कर देंगे, नहीं बन लवां पकड़ लवांगे। ते गुरु सवारे कहण लगे साडी गिणती वध है, जित साडी होवे, गुरु साडा कुछ नहीं बिगाड़ सकता है। उदों बलिया चंद ते आलम चंद ने गुरु कलगीधर पातशाह दे सूरमियां उत्ते हमला कर दिता। हमला कीता ते सतगुरु कलगीधर पातशाह महाराज ने अपने सूरमे सिखां नूं आखता कि भाई डट के मुकाबला करो, रण भूमि नूं छड्ड के भजना नहीं है। दरख्तां दा सहारा लिया गुरु के सिखां ने, दरख्तां दा सहारा लैके एक दूजे उत्ते हमला करते ने। ते उस समय बहुत सारे जदों पहाड़ीए इकट्ठे हो गए तो गुरु के सिखां ने अपने तीरां विच वरोणा कीते। हुण ये सिख मन च विचार करते हैं, भाई आलम सिंह ने, भाई उदय सिंह हैं, ये मन च विचार करते हैं कि इन्हां दी गिणती वध है, असीं इहो जिहा तरीका वरतीए तां कि जिहड़ा जंग छेती समाप्त हो जाए। साडी गिणती थोड़ी है, इन्हां दी गिणती वध है, को इहो जिहा तरीका वरतां कि जिहड़ी जंग छेती समाप्त होवे।
इस विचार अधीन ते कहते ने भाई आलम सिंह उस समय भाई आलम चंद के सन्मुख हो गए। जिहड़ा मेन सी आलम चंद ते बलिया चंद दोनों मेन सन। कहते बलिया चंद जिहड़े सन्मुख भाई उदय सिंह जी हो गए ते घमसान का युद्ध होया। आलम चंद ने भाई आलम सिंह उत्ते वार किया, वार खाली चलिया गया। जो वार खाली गया तो गुरु का सूरमा आखन लग्या, कहन लग्या आलम चंद हुण मेरा तेरी वारी है, वार मैं करांगा, सावधान होना कर। कहते जदों गुरु के सूरमे भाई आलम सिंह ने वार किया तो आलम चंद की सज्जी बांह वड्डी गई। मैदाने जंग दे विच सज्जी बांह वड्डी गई तो आलम चंद उस समय अपनी जान बचाउंदा होया मैदाने मैदान नूं छड्ड के उत्थों भज गया। भाई उदय सिंह जी उस बलिया चंद अगे होए तो बलिया चंद ने हमला किया तो गुरु सवारियो जंग दे विच उस समय भाई साहब ने बलिया चंद नूं खत्म कर दिता। जदों हुण सैना दे जरनैल खत्म हो गए तो जिहड़ी सैना सी वो डरदी हुई सारी भज गई। इस जंग दे विच थो मुट्ठी भर गुरु के सिख सन जिहड़े शिकार खेडण लई गए सन, उन्हां दी जित होई है। इत्थों फिर लड़ाई का जिहड़ा मुੱਢ वज्जा ते पहाड़ियां ने फिर गुरु सवारे। उस तो बाद राजा अजमेर चंद जिहड़ा भीम चंद का पुत्र है, इन्हां नाल इकत्तर हो के मीटिंग की है। फिर उस समय बादशाह तक फरियाद की है। इत्थों फिर कई जरनैल चढ़ के आए। कई बारी गुरु कलगीधर पातशाह युद्ध होया ते हर जंग युद्ध दे विच गुरु दशमेश पिता महाराज ने जित प्राप्त की। फिर यही कारण बनिया कि सतगुरु इन्हां दे मन की ये इच्छा सी कि असीं किसी न किसी तरीके दे नाल गुरु गोबिंद सिंह महाराज तो आनंदपुर साहिब खाली करवा लईए। बड़ा घेरा इन्हां ने कत्तिया। एक बार नहीं, ये 2 बार घटनावां वापर चुकी। एक तो आप पढ़ते हैं ना कि सतगुरु जी ने 7-8 महीने का घेरा पाया गया। उस तो पहला भी सतगुरु दशमेश पिता महाराज नूं घेरा पाया गया सी जो तकरीबन 2 महीने तक रहा सी। आनंदपुर साहिब के रस्ते बंद किए गए सन ते जिस करके बहुत सारा जानी नुकसान पहाड़ियां का होया सी। ते गुरु के तकरीबन 2 महीने का समा सी। 2 महीने लंघे सन, इनकी हालत तरस जो हो चुकी सी। उदों इन्होंने गुरु कलगीधर पातशाह महाराज नूं बेनती की सी कि सतगुरु जी आप जी कृपा करके आनंदपुर साहिब नूं कुछ दिन लई छड़ चलो, कुछ दिन लई छड्डना करो। तो सतगुरु असी आप जी नाल वादा करते हैं, असी आप जी नूं कुछ नहीं आखांगे। आप जी कलगीधर 2-4 दिन आप जी बाहर हो, फिर आप जी ने वापस आ जाना। जो असी राजी अपने घरां विच जावांगे, अपने राज भागां विच जावांगे तो कहण जोगे होवांगे कि असी गुरु गोबिंद सिंह महाराज नूं आनंदपुर साहिब तो बाहर साड़ी इज्जत रह जाएगी। तो गुरु कलगीधर पातशाह ने इन्हां दी खाधियां होईयां कसमां उत्ते सतगुरु विश्वास नहीं करते सन। पर जो सिंघां ने आखिया तो गुरु सर सतगुरु जी ने कुछ समय लिए ये मन च विचार की। आनंदपुर साहिब छड्डण दी सतगुरु तैयारी की है। जिथे निर्मोहगढ़ गुरुद्वारा निर्मोहगढ़ बनया होया है, इत्थे सतगुरु गुरु कलगीधर पातशाह महाराज ने आके अपना डेरा लाया सी। डेरा लाया तो जो निर्मोहगढ़ की धरत पहाड़ी उत्ते सतगुरु महाराज पहुँचे ने। जो आप कीरतपुर साहिब तो आते हैं तो रस्ते दे विच गुरु साहब आते हैं, इधर नूं आपां लुधियाणे वालों आईए तो रस्ते विच एक खब्बे हाथ गुरु साहब स्थान बनया है पहाड़ी के उत्ते निर्मोहगढ़। कहते ने इत्थे सतगुरु पातशाह ने अपने दीवान सजाए हुए ने। सजे हुए दीवानां विच ते जालमां ने अपनी कसमां तोड़ दित्तियां सी। ते उस समय सतगुरु गुरु कलगीधर पातशाह ते हमला किया। दशमेश पिता के सूरमे मुट्ठी भर सिंघां ने इन्हां नाल मुकाबला किया। नाल उस समय सूबा सरहंद वजीद खां भी नाल सी। ते उस समय हमला किया ते गुरु सवारियो कलगीधर पातशाह के सिंघां ने मूँह तोड़ जवाब देना किया।
दो मुसलमान भरा जिहड़े बहुत वधिया तोपची सन, एक ने कहते सतगुरु कलगीधर पातशाह नूं निशाना दागिया ते सतगुरु पातशाह तोप का मुख करके ना कहते तोप चलाई है। जो तोप का गोला चलिया, जिहड़ा सिंह गुरु कलगियां वाले पातशाह नूं चौर कर रहा सी ना, दशमेश पिता दे सीस उत्ते चौर हो रहा ते उस सिंह नूं आके गोला लग्या ते उस समय वो सिंह चढ़ाई कर गया, सिंह शहादत का जाम पी गया। इन्ने चनू दूजा गोला वो दाग के चलान लग्या ते कलगीधर पातशाह ने भत्थे चो तीर कढ़े उस तोपची नूं खत्म कर दिता। एक तीर दे नाल मौत की घाट उतार दिता। उहदा भरा अगे दूजी तोप चलाण लई अगे आया ते अगों गुरु गोबिंद सिंह महाराज ने दूजे तीर की बख्शिश की, उन्होंने भी खत्म कर दिता ते बहुत घमसान का युद्ध होया। ते इत्थे जिथे ये सूबा सरहंद सोचदा सी, 22 धार के राजे सोचते सी साडी जित प्राप्त होवेगी, सी गुरु गोबिंद सिंह पकड़ लवांगे। अपनी हार हुंदी वेख के उस समय विसाली का राजा विचकार आया, उन्हें आके बेनती की कि कहन लगे कि साडी पत इज्जत तां रहेगी जी आपां अपने घर नूं सही सलामत चले जाइए। कहन लगे मैं गुरु गोबिंद सिंह महाराज नूं बेनती करके अपने नगर विसाली लैके जावांगा ते तुसीं इत्थों वापस मुड़ जाना। तो इस तरह ये शर्त मनी गई, इस तरह सलाह मशवरा किया। इत्थों फिर नरमोहगढ़ तो गुरु कलगीधर पातशाह विशाली दे राजे की बेनती प्रवान करके ते गुरु सवारे सतगुरु जी उसके नगर में गए सन। सो कहण दा इस तरह दी बहुत सारिया जंग युद्ध होए ने। हर एक जंग युद्ध विच गुरु कलगीधर पातशाह ने जित प्राप्त की। फिर वह समा भी आया जदों 22 धार दे राजे इन्होंने सतगुरु जी लम्मा घेरा पाना किया। एक पासे तुरकाने दीयां फौजां जड़ियां सन, इन्होंने घेरा पा लिया इकट्ठे होके। आनंदपुर साहब के चारों पास जिन्ने भी रस्ते सन सारे रस्ते बंद किए हुए, रस्ता बस्तां बिल्कुल बंद, ना कोई आ सकता है ना कोई जा सकता है। जिहड़ा भी आउंदा उहनूं मौत की घाट उतारिया जा रहा है। इत्थों तक इहो जी तरसयोग हालत हो गई। सतगुरु आनंदपुर साहब विखे विराजमान हैं। कहते ने अज जिन्ना भी रस्तां बस्तां सन वो सारियां मुक चुकियां ने, खाण लई कुछ नहीं है। ते सिंह भुख दे दुख दे राही बड़े दुखी हो रहे हैं। इत्थों तक हालात इहो जिहे बन चुके ने कि ਸਿੰਘਾਂ ने दरख्तां दे पत्ते धू धू के छकना कीते, छिलड़ खाना कीते। इत्थों तक गुरु सवारिओ जिहड़े सतगुरां दे जानां तो फिर सिंह सन, कई सिंह इस भुख दे दुख कारण ही चढ़ाई कर गए। उन्होंने अपने पंच भूतक शरीर नूं त्याग दिता। इहो जे हालात बन गए। जिहड़ा प्रसादी हाथी दशमेश पिता महाराज दे जदों सतगुरु तीर चलाउंदे सन, तीर चुक के लैके आउंदा सी, सतगुरु साफ करके भत्थे सजा दिंदा सी। पानी लैके सतगुरु जल जिहड़ा सतगुरु चरण धोंदा सी, तौलीए नाल वस्त्र नाल साफ करदा सी। इसे भुख दे दुख कारण वो प्रसादी हाथी भी चढ़ाई कर गया सी। इहो जे तरसयोग हालात बन चुके सन। ਸਿੰਘਾਂ ने इत्थे गुरु कलगियां वाले पातशाह के चरणों च बेनतियां भी कीतियां ने। वो समा भी आया जदों पम्मा प्रोत विचकार आया। उन्हें गुरु सवारे गुरु कलगीधर पातशाह महाराज नूं ये आखना किया कि दशमेश पिता जी हिंदू राजे ते जिन्ने भी ये तुरक हैं इन्हां ने ये कसमां खांदे हन गऊ दियां आटे दियां गऊआं बना के कुरान शरीफ की इन्होंने कसम खाना की कि आप जी आनंदपुर साहब नूं छड़ जावो, असीं आप जी नूं कुछ नहीं आखांगे। पहला सातों गलती हुई है, दोबारा असीं वो गलती नहीं दोहराउंदे। ते गुरु कलगीधर पातशाह ने इनकार किया। पर ਸਿੰਘਾਂ ने उस समय गुरु कलगीधर पातशाह के सत्कारयोग माता गुजरी जी नूं जाके बेनती की कि माता जी देखो, जदों हुण ये तुरक ते पहाड़ीए आख रहे ने कि आप इस किले नूं छड्ड के चले जावो, कुछ कु महीने बाहर रहना फिर वापस आ जाना। ते सतगुरु जी
फिर माता जी फिर सतगुरु जी ने समझावो कि किस तरीके किला छड्डना करे, ताकि जिहड़ा इत्थे भुख दे दुख दे नाल साडी जिहड़ियां मौतां हो रहीआं ने, मैदाने जंग 'च जूझ के मरीए, शहीद कहलावांगे, पर इत्थे असीं भुख दे दुख नाल मर रहे हैं, ये मरण का की फायदा, जब तां मैदाने जंग जूझ के मरीए। तो गुरु कलगीधर पातशाह महाराज माता जी सुन रहे ने, तो माता जी ने फिर दशमेश पिता गुरु कलगीधर पातशाह के चरणों 'च बेनती की सी। सतगुरु जी ने कहन लगे कि तुसीं गुरु नानक की गद्दी दे वारस हो, सत्कारयोग हो, पर जो मैं तुहानूं अज आख रही हां, मैं अज तो एक मां दे रिश्ते नूं मुख रख के आखदी हां कि सतगुरु जी तुसीं एक किला छड्ड दिओ, आपां सारे ही आनंदपुर साहिब नूं छड्ड के चलीए, जदों समा वधिया हो जाएगा असीं वापस मुड़ के आवांगे। तो गुरु कलगीधर पातशाह महाराज अपने माता के बचन सुनते हैं, तो माता जी नूं आखदे ने, माता जी ये जिहड़े पहाड़ीए हन जां तुरक हन, ये कसम सोहां खादियां कसमां खाना कीतियां ने, इन्हां उत्ते इतबार नहीं करना चाहिए। जिहड़ा जीव अपने धर्म की सौं खांदा, अपने इष्ट गुरु की सौं खांदा है, असल विच वो धर्मी नहीं हो सकता। साडे गुरु ने कदे नहीं सानू आख्या कि सौं खाना कर, पर आपां कह सानू सौं लगे गुरु की, माड़ी मोटी गल गुरु की सौं आपां एक मजाक बना लिया है। सिख ने कदे भी सौं नहीं खानी। सिख जिहड़ा है सच का उपासक है, जो गुरु पातशाह महाराज बचन करते हैं, सिख गुरु की रजा विच रह के अपने जीवन को बतीत करने वाला है। सतगुरु कहन लगे, माता जी इन्होंने दगा देना, धोखा देना है। तो सतगुरु जी उस समय ਸਿੰਘਾਂ ਨੂੰ आखन लगे, ਸਿੰਘੋ कुछ समा तुसी अडीक करो, 1 महीना अडीक कर लवो, तुहानूं असीं सारा राज भाग दवा देंगे। ਸਿੰਘ कहन लगे, पातशाह भुख का दुख झल्लिया नहीं जाता। दशमेश पिता कहन लगे, जो 15 दिन अडीक कर लवो, हफ्ते तक गल आ गई कि तुहानूं सारा राज भाग मिल जाएगा, तुहाडा ये बाल भी विंगा नहीं कर सकणगे। असल विच हार इन्हां दी हो रही है। जिथे भुख दे दुख करके तुसी दुखी हो, उत्थे सातों वध ये दुखी ने। हुण ये मैदाने जंग छड्ड के वापस जाण वाले ने। पर सिंह कहन लगे, पातशाह सातों ये दुख जिहड़ा है जरिया नहीं जाता। तो गुरु सवारे फिर किवें गुरु कलगीधर पातशाह महाराज किला छड्डदे ने, ते सतगुरु दे नाल किवें फिर घमसान दा युद्ध हुंदा, परिवार खेरू खेरू किवें हुंदा है, ये पावन इतिहास समय अनुसार संगतां दी सेवा च रखिया जावेगा। आओ हुण जो श्रोमणी गुरुद्वारा प्रबंधक कमेटी वालों, धर्म प्रचार कमेटी वालों जो साहिबजादियां दी लसानी शहादत नूं समर्पित एक इतिहासक गुरुद्वारिਆਂ ਦੇ ਵਿੱਚ ਅੰਮ੍ਰਿਤ ਵੇਲੇ जो 15 मिनट ਲਈ गुरमंत्र ਤੇ मूल मंत्र का अभ्यास ਕਰਨ ਲਈ ਆਖਿਆ ਗਿਆ। आओ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ 15 ਮਿੰਟ ਲਈ गुरमंत्र ਤੇ मूल मंत्र ਨਾਲ ਜੁੜਨਾ ਕਰੀਏ। असली श्रद्धांजलि ਸਾਹਿਬਜ਼ਾਦਿਆਂ ਨੂੰ ਸਾਡੀ यही है कि ਆਪਾਂ ਬਾਣੀ ਪੜ੍ਹੀਏ, सिमरन करिए, फिर साडा जीवन सफल होवेगा। आओ सारे रल मिल के आप सारे जपीए, कोई रचना बांझी न रवे। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। एक ओंकार सतनाम
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਸਿਮਰਨ ਦੁਆਰਾ ਫਿਰ ਬੇਨਤੀ ਹੈ ਕਿ 30 ਤਰੀਕ ਤੱਕ ਅਸੀਂ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ 7 ਵਜੇ ਤੋਂ ਲੈ ਕੇ 7:15 ਵਜੇ ਤੱਕ 15 ਮਿੰਟ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਹੋਵੇਗਾ ਤੇ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰ ਕੇ ਸਾਹਿਬਜ਼ਾਦੇ ਨੂੰ ਅਸਲੀ ਸ਼ਰਧਾਂਜਲੀ ਨਾਮ ਦੀ ਹੀ ਦੇਣੀ ਹੈ ਕਿ ਆਪਾਂ ਬੈਠੇ ਗੁਰੂ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਲਮਗੀਰ ਸਾਹਿਬ ਦੀ ਧਰਤੀ ਤੇ ਸੁਰਤੀਆਂ ਜਿਹੜੀਆਂ ਨੇ ਚਮਕੌਰ ਦੀ ਗੜੀ ਦੇ ਵਿੱਚ ਠੰਡੇ ਬੁਰਜ ਵਿੱਚ ਲੈ ਕੇ ਜਾਣੀਆਂ ਨੇ ਕਿ ਕਿਵੇਂ ਦਾਦੀ ਮਾਤਾ ਆਪਣੇ ਸਾਹਿਬਜ਼ਾਦਿਆਂ ਨੂੰ ਛਾਤੀ ਨਾਲ ਲਾਉਂਦੀ ਹੈ ਤੇ ਨਿੱਘ ਦਿੰਦੀ ਹੈ ਤੇ ਬੱਚਿਆਂ ਨੂੰ ਦਾਦਾ ਦੇ ਦਾਦੇ ਦੀਆਂ ਕਥਾ ਕਹਾਣੀਆਂ ਸੁਣਾਉਂਦੀ ਹੈ ਕਿ ਪੁੱਤਰੋ ਡੋਲਣਾ ਨਹੀਂ, ਕੀ ਹੋ ਗਿਆ, ਇੱਥੇ ਅੱਤ ਦੀ ਠੰਡ ਹੈ, ਤੁਹਾਡੇ ਸਰੀਰ ਨੂੰ ਠੰਡ ਲੱਗਦੀ ਹੋਵੇਗੀ ਪਰ ਅੰਦਰ ਤੁਹਾਡੇ ਜਿਹੜਾ ਲਹੂ ਹੈ ਨਾ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਤੁਸੀਂ ਸਪੂਤ ਹੋ। ਇਸ ਕਰਕੇ ਪੁੱਤਰੋ ਡੋਲਣਾ, ਦਾਦੀ ਮਾਂ
इस तरह शहीद ਸਿੰਘਾਂ ਦੀਆਂ ਸਾਖੀਆਂ ਸੁਣਾ ਕੇ ਗੁਰੂ ਪਾਤਸ਼ਾਹ ਸਾਖੀਆਂ ਸੁਣਾ ਕੇ ਹੌਸਲੇ ਦੇ ਰਹੀ ਹੈ। ਆਪਾਂ ਇਸ ਤਰ੍ਹਾਂ ਯਾਦ ਕਰਨਾ ਹੈ, ਫਿਰ ਸਾਡੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਦਰ ਤੇ ਪ੍ਰਵਾਨ ਹੋਣੀਆਂ ਹਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ